खालसा वाहिगुरू जी की फतेह। सतगुरु जी की किरपा बख्शिश दे नाल अज सोहिला साहिब बाणी दी आपां रल मिल करके विचार भी आरंभ करांगे ते नाल नाल बाणी दा पाठ भी करांगे। आओ पहलां सारे पहले शब्द का पाठ करिए, फिर जिवें सतगुरु जी समत बख्शणगे रल मिल करके विचारां करांगे जी। सतनाम श्री वाहिगुरु साहिब जी। सोहिला राग गौड़ी दीप की महला पहला। एक ओंकार सतगुर प्रसाद। जय घर कीरत आखिए करते का होए विचारो। तित घर गाओ सोहेला सिवरहो सिरजनहारो। तुम गावो मेरे निरभौ का सोहिला। हों वारी जित सोहिलै सदा सुख होए। रहाओ नित नित जियड़े संभालियन। देखैगा देवण हार तेरे दान कीमत ना पवै। तिस दाते कवण सुमार संबत साहा लिखिया। मिलकर पावो तेल दे सजण आसीसड़ियाँ। जो होवै साहिब स्यों मेल घर घर एहो पाहुचा। इसका उच्चारण पहुँचा नहीं करना। घर घर एहो पाहुचा सदड़े नित भवन। सदन हारा सिमरिए नानक से देह आवन। पातशाह जी धन गुरु नानक सतगुरु जी का ये पावन शब्द है। इस बाणी का नाम है सोहिला। गुरु ग्रंथ साहिब पातशाह जी के अंदर भी सोहिला लिखिया है तो जिहड़े आप जी के हत्थां दे विच गुटके हैं उस दे अंदर भी सोहिला लिखिया है। पर सोहिला लिखण के बावजूद भी असी कीर्तन सोहला कह के पाठ क्यों शुरू करते हैं, इस गल की समझ नहीं आती। कीर्तन शब्द किते भी सोहिला शब्द के नाल नहीं लिखिया। बहुतियां ने जिहड़े केवल पैसे कमाउण तक ही सीमित हैं, उन्होंने जो गुटके छापे हैं उन्होंने उस दे विच कीर्तन सोहिला भी बहुतियां ने लिखिया होया है। पर सोहिला एक अलग बाणी है। जिवें असीं पिछे आनंद साहिब की बाणी पढ़ी है, रहरास साहिब जी की बाणी पढ़ी है, जपजी साहिब जी, जाप साहिब, सवईये, चौपई साहिब, इन्हां बाणियां का पाठ किया है। इस तरह सोहिला साहिब भी अपने आप दे विच एक पूर्ण बाणी है। तो इसलिए जदों भी इसका पाठ करिए तो कीर्तन इस दे शब्द नाल नहीं जोड़ना, केवल सोहिला साहिब की बाणी है। राग गौड़ी दीपकी, गौड़ी राग है तो दीपकी उसकी किस्म है। गौड़ी बैरागण भी आउंदा है, गौड़ी गुआरेरी भी आउंदा है, तो इस तरह ही गौड़ी दीपकी भी है। महला पहला धन गुरु नानक पातशाह जी की ये पावन बाणी है। एक ओंकार सतगुर प्रसाद। वो अकाल पुरख परमात्मा जिहड़ा सर्व व्यापक है, उसकी प्राप्ति उसके नाल मिलाप गुरु की बख्शिश के नाल ही हो सकता है, गुरु की कृपा के नाल ही हो सकता है।
ਸਤਿਗੁਰੂ ਜੀ ਕਿਰਪਾ ਕਰਦੇ ਨੇ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਜੈ ਤੋਂ ਭਾਵ ਹੈ ਜਿਸ ਘਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੋਈ ਹੈ, ਭਾਵ ਜਿਸ ਘਰ ਦੇ ਵਿੱਚ, ਘਰ ਸਰੀਰ ਨੂੰ ਵੀ ਘਰ ਕਿਹਾ ਜਾਂਦਾ ਹੈ ਅਤੇ ਹਿਰਦੇ ਨੂੰ ਵੀ ਘਰ ਕਿਹਾ ਜਾਂਦਾ ਹੈ। ਅਸੀਂ ਪਿੱਛੇ ਪੜ੍ਹ ਕੇ ਵੀ ਆਏ ਹਾਂ ਕਿ ਪਰਮਾਤਮਾ ਹਰ ਘਰ ਦੇ ਅੰਦਰ, ਹਰ ਜੀਵ ਦੇ ਹਿਰਦੇ ਦੇ ਅੰਦਰ ਵਸਦਾ ਹੈ। ਅਤੇ ਪਾਤਸ਼ਾਹ ਜੀ ਇੱਥੇ ਕਿਰਪਾ ਕਰ ਰਹੇ ਹਨ ਕਿ ਜੈ ਘਰ ਕੀਰਤ ਆਖੀਐ। ਜਿਸ ਘਰ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਹੋਵੇ, ਭਾਵ ਜਿਸ ਅਵਸਥਾ ਦੇ ਵਿੱਚ ਜਾ ਕੇ ਅਸੀਂ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਕਰ ਸਕੀਏ, ਉਸ ਨੂੰ ਗਾ ਸਕੀਏ, ਉਸਦੇ ਗੁਣਾਂ ਨੂੰ ਵਿਚਾਰ ਸਕੀਏ। ਕਰਤੇ ਕਾ ਹੋਏ ਵਿਚਾਰੋ, ਜਿੱਥੇ ਕਰਤਾ ਜਿਹੜਾ ਸਾਡਾ ਕਰਤਾ ਪੁਰਖ ਹੈ, ਸਾਡਾ ਸਿਰਜਣਹਾਰ ਹੈ, ਉਸਦੇ ਗੁਣਾਂ ਦੀ ਵਿਚਾਰ ਕਰ ਸਕੀਏ। ਜਿਸ ਅਵਸਥਾ ਦੇ ਵਿੱਚ, ਉਸ ਅਵਸਥਾ ਦੇ ਵਿੱਚ ਜਾ ਕੇ ਸਾਨੂੰ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹਨ। ਤਿਤ ਘਰ ਗਾਵੋ ਸੋਹਿਲਾ। ਉਸ ਘਰ ਦੇ ਵਿੱਚ, ਉਸ ਅਵਸਥਾ ਦੇ ਵਿੱਚ ਜਾ ਕੇ ਉਸ ਸਿਮਰਿਓ ਸਿਰਜਣਹਾਰੋ, ਜਿਹੜਾ ਸਾਡਾ ਸਾਰਿਆਂ ਦਾ ਸਿਰਜਣਹਾਰ ਹੈ, ਸਾਰਿਆਂ ਦਾ ਕਰਤਾ ਹੈ, ਉਸ ਨੂੰ ਸਿਮਰਿਓ ਭਾਵ ਸਿਮਰਿਓ, ਉਸ ਨੂੰ ਯਾਦ ਕਰੋ। ਤਿਤ ਘਰ ਗਾਵੋ ਸੋਹਿਲਾ। ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਓ, ਜਿਸ ਅਵਸਥਾ ਦੇ ਵਿੱਚ ਰਹਿ ਕੇ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਪ੍ਰਾਪਤ ਕਰ ਸਕੀਏ ਅਤੇ ਉਸ ਸਿਰਜਣਹਾਰ ਪ੍ਰਭੂ ਨੂੰ ਯਾਦ ਕਰੀਏ। ਅਵਸਥਾ ਇਸ ਕਰਕੇ ਇੱਥੇ ਆਪਾਂ ਨਾਲ ਜੋੜ ਰਹੇ ਹਾਂ ਕਿਉਂਕਿ ਹਰੇਕ ਸਰੀਰ ਦੇ ਵਿੱਚ ਹਿਰਦਾ ਹੈ, ਹਰੇਕ ਸਰੀਰ ਦੇ ਵਿੱਚ ਮਨ ਹੈ, ਪਰ ਹਰੇਕ ਸਰੀਰ ਉਹ ਅਵਸਥਾ ਦਾ ਮਾਲਕ ਨਹੀਂ ਹੈ। ਹਰੇਕ ਹਿਰਦਾ ਘਰ ਉਸ ਅਵਸਥਾ ਦਾ ਮਾਲਕ ਨਹੀਂ ਹੈ ਜਿਹੜਾ ਪਰਮਾਤਮਾ ਨੂੰ ਹਰ ਵੇਲੇ ਯਾਦ ਕਰ ਸਕੇ, ਪਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜਿਆ ਰਹੇ। ਇਸ ਲਈ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਜਿਸ ਅਵਸਥਾ ਦੇ ਵਿੱਚ ਜਾ ਕੇ ਪਰਮਾਤਮਾ ਦੀ ਵਡਿਆਈ ਅਸੀਂ ਕਰ ਸਕੀਏ, ਉਸ ਅਵਸਥਾ ਦੇ ਵਿੱਚ ਰਹਿ ਕੇ ਸਾਨੂੰ ਨਾਮ ਜਪਣਾ ਚਾਹੀਦਾ ਹੈ, ਉਸ ਦੇ ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ ਅਤੇ ਉਸ ਸਿਰਜਣਹਾਰ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਸੋਹਿਲਾ ਤੋਂ ਭਾਵ ਹੈ ਖੁਸ਼ੀ ਦੇ ਗੀਤ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹੇ ਮੇਰੇ ਧਨ, ਤੂੰ ਮੇਰੇ ਉਸ ਨਿਰਭਉ ਖਸਮ ਪ੍ਰਭੂ ਦੇ ਸਿਫਤ ਸਲਾਹ ਦੇ ਗੀਤ ਗਰ, ਉਸਦੇ ਮਿਲਾਪ ਦੇ ਖੁਸ਼ੀ ਦੇ ਗੀਤ ਗਾਉਣੇ ਕਰ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਮੈਂ ਉਸ ਪਰਮਾਤਮਾ ਦੇ ਸੋਹਿਲੇ ਤੋਂ, ਉਸ ਸ਼ਬਦ ਤੋਂ, ਉਸ ਸਿਫਤ ਸਲਾਹ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜਿਸ ਦੇ ਜਪਣ ਦੇ ਨਾਲ, ਜਿਸ ਸੋਹਿਲੇ ਨੂੰ ਗਾਉਣ ਦੇ ਨਾਲ ਸਦਾ ਸੁਖ ਹੋਏ, ਸਦਾ ਸੁਖ ਮਿਲਦਾ ਹੈ, ਆਤਮਿਕ ਆਨੰਦ, ਆਤਮਿਕ ਖੁਸ਼ੀ ਮਿਲਦੀ ਹੈ। ਰਹਾਉ ਨਿਤ ਨਿਤ ਜਿਹੜੇ ਸੰਭਾਲੀਆਂ ਦੇਖੇਗਾ ਦੇਵਨਹਾਰ। ਨਿਤ ਨਿਤ ਭਾਵ ਨਿਤਾ ਪ੍ਰਤੀ, ਜੀੜੇ ਤੋਂ ਭਾਵ ਹੈ ਮਨਾਂ ਨੂੰ, ਤਨਾਂ ਨੂੰ, ਸਾਡੇ ਪੈਦਾ ਕੀਤੇ ਹੋਏ ਜੀਵ ਜੰਤੂਆਂ ਨੂੰ ਉਹ ਅਕਾਲ ਪੁਰਖ ਪਰਮਾਤਮਾ ਸੰਭਾਲ ਵੀ ਰਿਹਾ ਹੈ। ਦੇਖੇਗਾ ਦੇਵਨਹਾਰ, ਉਹ ਸੰਭਾਲੇਗਾ ਵੀ, ਭਾਵ ਉਹ ਸਾਡੀ ਅੱਜ ਵੀ ਸੰਭਾਲ ਕਰ ਰਿਹਾ ਹੈ। ਸਾਡੇ ਜਨਮ ਤੋਂ ਪਹਿਲਾਂ ਵੀ ਉਸਨੇ ਸਾਨੂੰ ਮਾਤਾ ਕੇ ਉਦਰ ਮੈਂ ਪ੍ਰਤਿਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਾਤਾ ਦੇ ਪੇਟ ਵਿੱਚ ਵੀ ਸਾਡੀ ਰੱਖਿਆ ਕੀਤੀ। ਅਸੀਂ ਅੱਜ ਵਰਤਮਾਨ ਦੇ ਵਿੱਚ ਹਾਂ ਤਾਂ ਵੀ ਉਹ ਸਾਨੂੰ ਦੇਖ ਰਿਹਾ ਹੈ, ਸਾਨੂੰ ਦਾਤਾਂ ਦੇ ਰਿਹਾ ਹੈ ਅਤੇ ਦੇਖੇਗਾ ਆਉਣ ਵਾਲੇ ਕੱਲ੍ਹ ਦੇ ਵਿੱਚ ਵੀ ਉਹ ਸਾਡੀ ਸੰਭਾਲ ਕਰੇਗਾ। ਅਸੀਂ ਪਿੱਛੇ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਹੈ ਰਲ ਮਿਲ ਕਰਕੇ। ਉਸ ਦੇ ਅੰਦਰ ਇੱਕ ਪੰਕਤੀ ਆਈ ਸੀ ਕਿ ਦੇਂਦਾ ਰਹਿ ਨਾ ਚੁੱਕੈ ਭੋਗ। ਅਕਾਲ ਪੁਰਖ ਪਰਮਾਤਮਾ ਨਿੱਤ ਸਾਨੂੰ ਦਾਤਾਂ ਦਿੰਦਾ ਹੈ, ਕਦੇ ਵੀ ਉਹ ਆਪਣੇ ਇਸ ਕਾਰਜ ਦੇ ਵਿੱਚ ਸਾਨੂੰ ਪਦਾਰਥ, ਸਾਨੂੰ ਦਾਤਾਂ ਦੇਣ ਵਾਲੇ ਦੇ ਵਿੱਚ ਚੁੱਕਦਾ ਨਹੀਂ ਹੈ, ਭਾਵ ਖੁੰਝਦਾ ਨਹੀਂ ਹੈ। ਉਹ ਨਿਤਾ ਪ੍ਰਤੀ ਸਾਨੂੰ ਦਾਤਾਂ ਦਿੰਦਾ ਹੈ, ਨਿਤਾ ਪ੍ਰਤੀ ਸਾਨੂੰ ਜਿਹੜਾ ਹੈ ਭੋਗ ਦਿੰਦਾ ਹੈ, ਭੋਜਨ ਪਦਾਰਥ ਦੇਣ ਵਾਲਾ ਹੈ।
ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸ਼ੁਮਾਰ। ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਜਿਹੜਾ ਸਾਨੂੰ ਨਿਤ ਦਾਤਾਂ ਦਿੰਦਾ ਹੈ, ਉਸ ਅਕਾਲ ਪੁਰਖ ਪਰਮਾਤਮਾ ਦੀਆਂ ਦਾਤਾਂ ਦਾ, ਦਾਨਾਂ ਤੋਂ ਭਾਵ ਹੈ ਜਿਹੜੀਆਂ ਸਾਨੂੰ ਦਾਤਾਂ ਦਿੰਦਾ ਹੈ, ਉਹਨਾਂ ਦੀ ਅਸੀਂ ਕੀਮਤ ਵੀ ਨਹੀਂ ਪਾ ਸਕਦੇ, ਉਹਨਾਂ ਦਾ ਅਸੀਂ ਅੰਤ ਵੀ ਨਹੀਂ ਪਾ ਸਕਦੇ। ਅਤੇ ਜੇ ਉਸ ਦੀਆਂ ਦਾਤਾਂ ਦਾ ਅਸੀਂ ਅੰਤ ਨਹੀਂ ਪਾ ਸਕਦੇ, ਤਿਸ ਦਾਤੇ ਕਵਣ ਸ਼ੁਮਾਰ, ਉਹ ਦਾਤਾ ਕਿੱਡਾ ਵੱਡਾ ਹੋਵੇਗਾ, ਉਸ ਦੀਆਂ ਦਾਤਾਂ ਦਾ, ਉਸ ਦੇ ਗੁਣਾਂ ਦਾ ਅਸੀਂ ਕਿਵੇਂ ਸ਼ੁਮਾਰ ਕਰ ਸਕਦੇ ਹਾਂ, ਕਿਵੇਂ ਉਸ ਦਾ ਅੰਤ ਪਾ ਸਕਦੇ ਹਾਂ। ਅਤੇ ਇਸ ਦੇ ਦੂਸਰੇ ਅਰਥ ਇਹ ਵੀ ਹਨ ਵਿਦਵਾਨਾਂ ਵੱਲੋਂ ਕੱਢੇ ਗਏ ਕਿ ਹੇ ਸਰੀਰਾ, ਜਿਹੜਾ ਨਿਤਾ ਪ੍ਰਤੀ ਪ੍ਰਮਾਤਮਾ ਤੈਨੂੰ ਦਾਤਾਂ ਦੇਣ ਵਾਲਾ ਹੈ, ਤੂੰ ਉਸ ਦੀਆਂ ਦਾਤਾਂ ਦੀ ਕਿਵੇਂ ਗਿਣਤੀ ਕਰ ਸਕਦਾ ਹੈ ਜਾਂ ਕੀਮਤ ਲਗਾ ਸਕਦਾ ਹੈ। ਤੇਰੇ ਵਿੱਚ ਇਹ ਪਾਇਆ ਨਹੀਂ, ਸਮਰੱਥਾ ਨਹੀਂ ਕਿ ਤੂੰ ਉਸ ਦੀਆਂ ਦਾਤਾਂ ਦਾ ਹੀ ਅੰਤ ਪਾ ਲਵੇਂ, ਅਤੇ ਉਸ ਮਾਲਕ ਪ੍ਰਭੂ ਦਾ ਅੰਤ ਤੂੰ ਕਿਵੇਂ ਪਾ ਸਕਦਾ ਹੈ ਕਿ ਜਿਸ ਦੀਆਂ ਅਸੀਂ ਦਾਤਾਂ ਦਾ ਹੀ, ਜਿਸ ਦੇ ਅਸੀਂ ਭੰਡਾਰਿਆਂ ਨੂੰ ਹੀ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਜਾਣ ਸਕੇ, ਉਸ ਭੰਡਾਰੇ ਦੇ ਮਾਲਕ ਨੂੰ ਅਸੀਂ ਕਿਵੇਂ ਜਾਣ ਸਕਦੇ ਹਾਂ, ਉਸ ਦਾ ਅਸੀਂ ਕਿਵੇਂ ਅੰਤ ਪਾ ਸਕਦੇ ਹਾਂ। ਸੰਬਿਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਇਹ ਪੰਕਤੀ ਜਿਹੜੀ ਹੈ, ਇਹ ਵਿਆਹ ਕਾਰਜ ਦੇ ਨਾਲ, ਖਾਸ ਕਰਕੇ ਬੱਚੀਆਂ ਦੇ ਵਿਆਹ ਕਾਰਜ ਦੇ ਨਾਲ ਸੰਬੰਧਿਤ ਹੈ। ਅੱਜ ਕੱਲ੍ਹ ਤਾਂ ਅਸੀਂ ਵਿਆਹਾਂ ਦੇ ਵਿੱਚ ਆਪਣਾ ਛੱਡ ਕੇ ਬਾਕੀ ਦੂਜਿਆਂ ਦਾ ਸਾਰਾ ਕੁਝ ਹੀ ਕਰਨਾ ਸ਼ੁਰੂ ਕਰ ਦਿੱਤਾ, ਪਰ ਇਸ ਪੰਕਤੀ ਦੇ ਅੰਦਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸਾਹਾ ਤੋਂ ਭਾਵ ਹੁੰਦਾ ਹੈ ਕਿ ਸਾਹੇ ਚਿੱਠੀ ਆਉਂਦੀ ਹੈ ਵਿਆਹ ਤੋਂ ਪਹਿਲਾਂ, ਲੜਕੀ ਵਾਲੇ ਪਰਿਵਾਰ ਵੱਲੋਂ ਲੜਕੇ ਵਾਲੇ ਪਰਿਵਾਰ ਨੂੰ ਭੇਜੀ ਜਾਂਦੀ ਹੈ। ਉਸ ਦੇ ਵਿੱਚ ਲਿਖਿਆ ਹੁੰਦਾ ਹੈ ਉਸ ਲੜਕੇ ਦੇ ਪਿਤਾ ਦਾ ਨਾਮ, ਲੜਕੇ ਦਾ ਨਾਮ, ਕਿ ਤੁਹਾਨੂੰ ਸਨਿਮਰ ਬੇਨਤੀ ਹੈ ਕਿ ਤੁਹਾਡੇ ਬੱਚੇ ਦਾ ਵਿਆਹ ਸਾਡੀ ਬੱਚੀ ਦੇ ਨਾਲ ਇਸ ਤਰੀਕ ਨੂੰ ਨਿਯਤ ਹੋਇਆ ਹੈ, ਤੁਸੀਂ ਇੰਨੇ ਬਰਾਤੀ ਲੈ ਕੇ ਇਸ ਸਮੇਂ ਦੇ ਨਾਲ ਸਾਡੇ ਘਰ ਪਹੁੰਚਣ ਦੀ ਕਿਰਪਾਲਤਾ ਕਰਨੀ। ਬਰਾਤੀ ਉਹ ਲੈ ਕੇ ਆਉਣ ਜਿਹੜੇ ਤੁਹਾਡੀ ਵੀ ਅਤੇ ਸਾਡੀ ਵੀ ਇੱਜ਼ਤ ਦੇ ਭਾਈਵਾਲ ਹੋਣ। ਇਹ ਸਾਹੇ ਚਿੱਠੀ ਲੜਕੀ ਵਾਲੇ ਪਰਿਵਾਰ ਵੱਲੋਂ ਲੜਕੇ ਵਾਲੇ ਪਰਿਵਾਰ ਨੂੰ ਭੇਜੀ ਜਾਂਦੀ ਹੈ। ਅਤੇ ਮਿਲ ਕਰ ਪਾਵੋ ਤੇਲ, ਲੜਕੀਆਂ ਨੂੰ ਮਾਈਆਂ ਲਗਾਇਆ ਜਾਂਦਾ ਸੀ, ਉਸ ਨੂੰ ਬਟਣਾ ਵੀ ਕਹਿੰਦੇ ਆ। ਹਲਦੀ ਦੇ ਵਿੱਚ ਤੇਲ ਅਤੇ ਆਟਾ ਮਿਲਾ ਕੇ ਉਸ ਨੂੰ ਲੜਕੀਆਂ ਦੇ ਤਨ ਦੇ ਉੱਤੇ ਲਗਾਇਆ ਜਾਂਦਾ ਸੀ ਕਿ ਲੜਕੀਆਂ ਜਿਹੜੀਆਂ ਹਨ ਵਿਆਹ ਵਾਲੇ ਦਿਨ ਹੋਰ ਵੀ ਸੋਹਣੀਆਂ ਦਿਖਣ। ਹਰ ਮਾਂ ਪਿਤਾ ਦੀ ਇਹ ਇੱਛਾ ਹੁੰਦੀ ਹੈ ਕਿ ਸਾਡੀ ਬੱਚੀ ਸੋਹਣੀ ਬਣੇ ਅਤੇ ਸਹੁਰੇ ਘਰ ਦੇ ਵਿੱਚ ਜਾ ਕੇ ਸੋਹਣੇ ਗੁਣਾਂ ਵਾਲੀ ਵੀ ਬਣੇ। ਅਤੇ ਇੱਥੇ ਸਤਿਗੁਰੂ ਜੀ ਨੇ ਸਾਨੂੰ ਉਸ ਕਾਰਜ ਦੇ ਨਾਲ ਜੋੜ ਕੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਨ ਦਾ ਉਪਦੇਸ਼ ਦਿੱਤਾ ਹੈ। ਪਰ ਅਸੀਂ ਬਾਣੀ ਵੀ ਨਹੀਂ ਵਿਚਾਰਦੇ, ਅਸੀਂ ਆਪਣੀਆਂ ਮਨੌਤਾਂ ਨੂੰ ਛੱਡ ਕੇ ਹਲਦੀਆਂ ਮਨਾਈ ਜਾਂਦੇ ਹਾਂ, ਜੈਮਾਲਾ ਪਵਾਈ ਜਾਂਦੇ ਹਾਂ, ਰਿੰਗ ਸੈਰੇਮਨੀਆਂ। ਜੈਮਾਲਾ ਹਿੰਦੂ ਧਰਮ ਦੇ ਨਾਲ ਸੰਬੰਧਿਤ ਹੈ, ਅਤੇ ਜਿਹੜੀ ਰਿੰਗ ਸੈਰੇਮਨੀ ਕਰਦੇ ਹੋ ਈਸਾਈਆਂ ਦੇ ਮੁੰਦੀ ਪਾਰੋ ਅਤੇ ਉਹਨਾਂ ਦਾ ਵਿਆਹ ਪੂਰਾ ਹੋ ਜਾਂਦਾ ਹੈ। ਅਤੇ ਅਸੀਂ ਸਿੱਖਾਂ ਦੇ ਵਿਆਹ ਕਹਿ ਕੇ ਇੱਕ ਇੱਕ ਵਿਆਹ ਦੇ ਵਿੱਚ 4-4 ਵਿਆਹ ਕਰ ਲੈਂਦੇ ਹਾਂ। ਕੇਵਲ ਮੁਸਲਮਾਨ ਨੀ ਧਰਮ ਦਾ ਜਿਹੜਾ ਤਰੀਕਾ ਹੈ ਵਿਆਹ ਦਾ, ਅਸੀਂ ਕਬੂਲ ਛੱਡਿਆ, ਬਾਕੀ ਸਾਰਾ ਕੁਝ ਅਸੀਂ ਕਰੀ ਜਾਂਦੇ ਹਾਂ। ਵਰਮਾਲਾ ਅਸੀਂ ਕਰਦੇ ਹਾਂ, ਰਿੰਗ ਸੈਰੇਮਨੀਆਂ ਅਸੀਂ ਕਰਦੇ ਹਾਂ, ਹਲਦੀਆਂ ਦੇ ਕਾਰਡਾਂ ਦੇ ਵਿੱਚ ਨਾਮ ਲਿਖਣੇ ਅਸੀਂ ਸ਼ੁਰੂ ਕਰ ਦਿੱਤੇ। ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਘੜੋਲੀ ਭਰਨੀ ਮਨਾ ਹੈ, ਅਤੇ ਸਾਡੇ ਸਿੱਖਾਂ ਦੇ ਵਿੱਚ ਗੁਰੂ ਘਰ ਆ ਕੇ ਢੋਲ ਵਜਾ ਕੇ ਨਾਲੇ ਅਸੀਂ ਗੁਰੂ ਘਰ ਆ ਕੇ ਨੱਚਦੇ ਵੀ ਹਾਂ, ਜੋ ਗੁਰੂ ਘਰ ਦੀ ਮਰਿਆਦਾ ਤੋਂ ਬਾਹਰ ਹੈ, ਅਤੇ ਨਾਲੇ ਇਹ ਮਨਵਤ ਵੀ ਕਰਦੇ ਹਾਂ। ਗੁਰੂ ਘਰ ਦੇ ਅੰਦਰ ਆ ਕੇ ਢੋਲ ਨਗਾਰੇ ਵਜਾ ਕੇ ਨੱਚਣਾ, ਢੋਲੀਆਂ ਦੇ ਕੋਲੋਂ ਬੋਲੀਆਂ ਪਾਉਣੀਆਂ, ਗੁਰੂ ਘਰ ਦੇ ਅੰਦਰ ਆ ਕੇ ਗੁਰੂ ਦਾ ਅਪਮਾਨ ਕਰਨ ਦੇ ਸਮਾਨ ਹੈ। ਇਸ ਲਈ ਸਾਰਿਆਂ ਦੇ ਬੱਚਿਆਂ ਦੇ ਵਿਆਹ ਕਾਰਜ ਹੋ ਵੀ ਗਏ ਹਨ, ਹੋਣ ਵਾਲੇ ਵੀ ਹਨ। ਇਹਨਾਂ ਚੀਜ਼ਾਂ ਨੂੰ ਵੀ ਸਾਨੂੰ ਧਿਆਨ ਦੇ ਵਿੱਚ ਰੱਖਣਾ ਕਿ ਅਸੀਂ ਗੁਰੂ ਘਰ ਦੀ ਮਰਿਆਦਾ ਦੇ ਵੱਲ ਵੀ ਧਿਆਨ ਦੇਣਾ ਹੈ। ਸਾਨੂੰ ਵਿਦਵਾਨਾਂ ਨੇ, ਸਿੱਖ ਕੌਮ ਦੇ ਜਿਹੜੇ ਪ੍ਰਚਾਰਕ ਹੋਏ ਹਨ, ਜਿਨ੍ਹਾਂ ਨੇ ਸਿੱਖ ਰਹਿਤ ਮਰਿਆਦਾ ਬਣਾਈ ਹੈ, ਬੁੱਧੀਜੀਵੀਆਂ ਨੇ ਉਸ ਰਹਿਤ ਮਰਿਆਦਾ ਨੂੰ ਵੀ ਆਪਣੇ ਧਿਆਨ ਦੇ ਵਿੱਚ ਰੱਖਣਾ ਹੈ। ਬਹੁਤੇ ਕਾਰਜ ਅਸੀਂ ਉਹ ਕਰਦੇ ਹਾਂ ਜਿਹੜੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਪੂਰਨ ਤੌਰ 'ਤੇ ਮਨ੍ਹਾ ਕੀਤੇ ਗਏ ਹਨ, ਅਤੇ ਬਹੁਤੇ ਉਹ ਕਰਦੇ ਹਨ ਜਿਹੜੇ ਸਿੱਖ ਧਰਮ ਦੇ ਵਿੱਚ ਹੈ ਹੀ ਨਹੀਂ, ਅਸੀਂ ਉਹ ਵੀ ਕਰਦੇ ਹਾਂ।
इन्हां चीज़ां का भी सानू गुरबाणी के नाल नाल सिख रहत मर्यादा का भी ध्यान रखना अत जरूरी है। तो सतगुरु जी कृपा करते हैं कि संबत साहा लिखिया, साहा भाव साहे चिट्ठी साढ़े मरण का दिन जिहड़ा है वो साढ़े जन्म के नाल ही पहला लिखिया गया है और उस दे विच कोई बदलाव नहीं हो सकता, चाहे कोई राजा होवे ते चाहे कोई रंक होवे, उसनूं अपने मिथे हुए समय दे नाल इस संसार तो जाना ही पवेगा। रूस ना कीजै अमृत पीजै रहन नहीं संसारे, राजी राय रंक नहीं रहना आए जाए जुग चारे। चारे जुगां का इतिहास खोल लो, चाहे कोई राजा कोई रंक है, गरीब है कोई अमीर है, परमात्मा दे सदे दे नाल उसनूं इस संसार तो जाना ही पवेगा, परलोक गमन करना ही पवेगा। तो पातशाह जी कृपा कर देन, साहा पहला लिखिया गया है मिल कर पावो तेल। हुण तुसीं मेरे जीवन के अंदर मैनू परमात्मा के शुभ गुणों का तेल लाओ, भाव मैनू शुभ गुणों की दात दिओ, मेरे नाल बैठ के परमात्मा के सिफत सलाह दे गीत गाओ। यही मेरे जीवन का सब तो वड्डा मेरे तन नूं माइयां लगना है, तेल लगना है। दे सज्जण असीसड़ियाँ जो होवै साहिब स्यों मेल। हे मेरे सज्जण जनों, हे मेरे रिश्तेदार साख संबंधियों, मैनू परमात्मा की सिफत सलाह दियाँ असीसां दिओ, मैनू वो असीसां दिओ, मेरे नाल बैठ के वो विचारां करो, मेरे वास्ते वो अरदासां करो, क्यों ज्यों होवै साहिब स्यों मेल, मेरा प्रभु दे नाल मिलाप हो जावे, मेरी जड़ी आत्मा वो भटकदी ना रह जावे जे मैं परमात्मा का नाम ना जपिया। मैनू इहो जिहियां असीसां दिओ। घर घर इहो पहुँचा सदड़े नित पवन। पहुँचा शब्द इसका उच्चारण नहीं करना, पहुँचा तो भाव है पहुँच जाना, पर यह पहुँचा जिहड़ा है उस मनुख नूं पहुँचा कहा जाता सी जिहड़ा मनुख साहे चिट्ठी लैके लड़के वाले परिवार के घर जाता सी ते उसनूं कहा जाता सी कि अज पहुँचा आया है, भाव साहे चिट्ठी लैके नाई आया है, लागी आया है, तो दिन जिहड़ा है वो मुकर्रर किया होया वो दस रहा कि तुसीं इस दिन नूं साडे घर बरात लै करके साडी बच्ची के कारज वास्ते पहुँचना है। सदड़े नित पवन, तो ये जिहड़ा पहुँचा है भाव परमात्मा का सदा देण वाला, वो निता प्रति किसी ना किसी घर जरूर पहुँच रहा है। जिवें संसार के अंदर किसी ना किसी घर के अंदर रोज़ कोई ना कोई ब्याह कारज होंदा है, तो इस तरह ही कोई ना कोई मृतक भी संसार के अंदर निता प्रति किसी ना किसी घर दे विच रोज़ हो रहा है। पातशाह जी कृपा कर देन, घर घर इहो पहुँचा, हर घर के अंदर ये पहुँचा जिहड़ा साहे चिट्ठी लैके आउण वाला सदा देण वाला है, ये पहुँच रहा है। तो सदड़े नित पवन, नेता प्रति ही परमात्मा दे वलों चिट्ठी पहुँच रही है, सदा पहुँच रहा है। सदन हारा सिमरिए नानक से ने आवन। पातशाह जी कृपा करते हैं, सानू उस सदनहार अकाल पुरख परमात्मा नूं सदा सिमरना चाहिए है। सदा उस सिरजणहार जां सदा देण वाला मालक प्रभु जिसने साड़ी जन्म तो लैके अंत तक की पूरी गाथा लिखी हुई है, पूरी विध बनाई हुई है, जिसने जन्म वेले ही साडा मरण का समा भी नियत कर दिता सी, उस सदन वाले मालक प्रभु नूं सानू सदा ही याद करना चाहिए है। नानक से दे आवन। पातशाह जी कृपा करते हैं कि ये जड़े सदा देण वाले हैं ये निता प्रति आ रहे हैं, तो ये दिन जिहड़ा है ये साडे ते भी एक ना एक दिन आवेगा, जदों साडी वारी आवेगी। ये दिन साडा भी नेड़े आ रहा है, इसलिए सानू समा व्यर्थ ना गवा के उस अकाल पुरख परमात्मा सदन वाले प्रभु की सिफत सलाह करनी चाहिए है, उसका नाम सिमरना चाहिए है। जदों
ਕਿਸੇ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ ਤੇ ਉਸ ਦਿਨ ਅੰਤਿਮ ਅਰਦਾਸ ਤੋਂ ਬਾਅਦ ਜਿਹੜਾ ਅੰਤਿਮ ਅਰਦਾਸ ਵਾਲੇ ਦਿਨ ਸਾਡਾ ਇਕੱਠ ਹੁੰਦਾ ਹੈ, ਉਹ ਇਸ ਕਰਕੇ ਨਹੀਂ ਹੁੰਦਾ ਕਿ ਅਸੀਂ ਅਰਦਾਸ ਕਰਾਂਗੇ ਤੇ ਬੈਠ ਕੇ ਜਾਂ ਸ਼ਰਧਾਂਜਲੀ ਦੇਵਾਂਗੇ ਜਾਂ ਬਾਅਦ 'ਚ ਪਾਠ ਕਰਨ ਦੇ ਨਾਲ, ਵਿਚਾਰਾਂ ਕਰਨ ਦੇ ਨਾਲ ਉਸ ਆਤਮਾ ਨੂੰ ਕੋਈ ਫਰਕ ਪਵੇਗਾ। ਉਹਨੇ ਤੇ ਅਸੀਂ ਜਪਜੀ ਸਾਹਿਬ ਦੇ ਅੰਦਰ ਵੀ ਪੜ੍ਹਿਆ ਹੈ ਕਿ ਕਰਮੀ ਆਪੋ ਆਪਣੀ, ਜਾਂ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਜਿਹੜੇ ਅਸੀਂ ਕਰਮ ਕਰ ਲਏ ਸਾਨੂੰ ਉਹਨਾਂ ਦਾ ਫਲ ਮਿਲੇਗਾ ਹੀ ਮਿਲੇਗਾ, ਉਸ ਦੇ ਵਿੱਚ ਕੋਈ ਬਦਲਾਵ ਨਹੀਂ, ਕਿਉਂਕਿ ਪਰਮਾਤਮਾ ਦਾ ਨਿਯਮ, ਪਰਮਾਤਮਾ ਦਾ ਨਿਆਂ ਜਿਹੜਾ ਹੈ ਉਹ ਸੱਚਾ ਹੈ। ਉਹ ਕਿਸੇ ਵਿਸ਼ੇਸ਼ ਵਿਅਕਤੀ ਦੇ ਵਾਸਤੇ, ਕਿਸੇ ਵਿਅਕਤੀ ਵਿਸ਼ੇਸ਼ ਦੀ ਧਿਰ ਵਾਸਤੇ ਕਦੇ ਵੀ ਬਦਲਦਾ ਨਹੀਂ ਹੈ। ਇਸ ਲਈ ਉਹ ਜਿਹੜੇ ਕਰਮ ਕਰਕੇ ਚਲਿਆ ਗਿਆ ਪ੍ਰਾਣੀ, ਉਸ ਨੂੰ ਉਸੇ ਦਾ ਹੀ ਲਾਭ ਮਿਲਣਾ ਹੈ। ਅਸੀਂ ਇਕੱਠ ਕਰਦੇ ਹਾਂ ਅਤੇ ਉਸ ਦਾ ਸਾਨੂੰ ਇਹ ਲਾਭ ਹੁੰਦਾ, ਸਾਨੂੰ ਜਗਾਇਆ ਜਾਂਦਾ ਹੈ, ਉਸ ਵੇਲੇ ਸਾਵਧਾਨ ਕੀਤਾ ਜਾਂਦਾ ਹੈ ਕਿ ਉਹ ਪ੍ਰਾਣੀ ਚਲ ਗਿਆ, ਵਾਰੀ ਸਾਡੀ ਵੀ ਆਵੇਗੀ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਵਨ, ਸੱਦਾ ਸਾਡੇ ਵਾਸਤੇ ਵੀ ਆਵੇਗਾ। ਉਸ ਸੱਦਾ ਪਾਉਣ ਤੋਂ ਪਹਿਲਾਂ ਪਹਿਲਾਂ ਅਸੀਂ ਆਪਣੇ ਜੀਵਨ ਨੂੰ ਸੱਚੇ ਨਾਮ ਦੀ ਵਡਿਆਈ ਦੇ ਨਾਲ ਸ਼ਿੰਗਾਰ ਲਈਏ, ਆਪਣੇ ਜੀਵਨ ਨੂੰ ਅਸੀਂ ਨਿਰਮਲ ਕਰ ਲਈਏ, ਵਿਸ਼ਿਆਂ ਵਿਕਾਰਾਂ ਤੋਂ ਰਹਿਤ ਕਰ ਲਈਏ। ਪਰਮਾਤਮਾ ਦੀ ਸਿਫਤ ਸਲਾਹ ਕਰਕੇ ਜਿਉਂ ਹੋਵੇ ਸਾਹਿਬ ਸਿਉਂ ਮੇਲ, ਸਾਡਾ ਪਰਮਾਤਮਾ ਦੇ ਨਾਲ ਫਿਰ ਮਿਲਾਪ ਹੋ ਸਕੇ। ਸਤਿਗੁਰ ਪਾਤਸ਼ਾਹ ਜੀ ਨੇ ਇਹ ਸਾਨੂੰ ਅੱਜ ਦੇ ਇਸ ਸ਼ਬਦ ਦੇ ਅੰਦਰ ਕਿਰਪਾ ਕਰਕੇ ਸਮਝਾਉਣਾ ਕੀਤਾ ਹੈ, ਉਪਦੇਸ਼ ਬਖਸ਼ਿਆ ਹੈ। ਆਓ ਸਾਰੇ ਅਸੀਂ ਰਲ ਮਿਲ ਕਰਕੇ ਇੱਕ ਵਾਰ ਇਸ ਸ਼ਬਦ ਦਾ ਪਾਠ ਕਰੀਏ, ਫਿਰ ਸਮਾਪਤੀ ਹੈ ਜੀ। ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ, ਸਿਵਰਿਓ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ, ਰਹਾਓ ਨਿਤ ਨਿਤ ਜਿਉੜੇ ਸੰਭਾਲੀਆਂ, ਦੇਖੇਗਾ ਦੇਵਨਹਾਰ, ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾਤੀ ਕਵਣ ਸੁਮਾਰ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇ ਸੱਜਣ ਆਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਾਹੁਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।